ਧੰਨ ਵਾਹਿਗੁਰੂ ਸਾਹਿਬ ਜੀ। ਹਰ ਬੇਅੰਤ ਹੋਂ ਮਿਤ ਕਰ ਬਰਨੋ, ਕਿਆ ਜਾਨੋ ਹੋਏ ਕੈਸੋ ਰੇ। ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇਸੋ ਰੇ। मैं मूर्ख की केतक बात है, कोट पराधी तरया रे। गुरु नानक जिन सुनिया पेखिया, से फिर गर्भास न परया रे। सतनाम। धन वाहिगुरू साहिब जी। आसा मन मेरो गज, जेहवा मेरी काती। मप मप काटो जम की फांसी। कहाँ करो जाति कह करो पाती। राम को नाम जपो दिन राति। रहाओ रांगन रांगो सीवन सीवो। राम नाम बिन करी न जीवो। भगत करूं हर के गुण गावूं। आठ पहर अपना खसम त्यावूं। सोने की सोई रूपे का धागा। नामे का चित हर स्यों लगा। सोने की सोई रूपे का धागा। नामे का चित हर स्यों लगा। वाहिगुरु जी का खालसा, वाहिगुरु जी की फतेह। परम सन्मानयोग चुगोह चुग अटल, चवर छत तखत दे मालक, धन धन श्री गुरु ग्रंथ साहब महाराज जी दी पावन पाक हजूरी विच सबायमान होए बैठे सतसंगी जनों, सतगुरां दी अपार कृपा सदका भगतां दी बाणी नूं विचारन दा सुभाग समा प्राप्त होया। आओ भगतां दी बाणी दी लड़ीवार विचार अस्थान ते चल रही है।
ਵਿਚਾਰ ਅਧੀਨ ਪਾਵਨ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ। ਮਨ ਮੇਰੋ ਗੱਜ ਜਿਹਵਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਇਹ ਪਾਵਨ ਸ਼ਬਦ 485 ਅੰਕ ਦੇ ਉੱਤੇ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਤੀਜਾ ਸ਼ਬਦ ਹੈ। ਆਸਾ ਰਾਗ ਦੇ ਵਿੱਚ ਦਰਜ ਹੈ। ਆਓ ਸ਼ਬਦ ਦੀ ਪਾਵਨ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ ਜੀ। ਗੁਰਮੰਤਰ ਦੀ ਸਾਂਝ ਕਰੋ। ਸਾਰੇ ਹੀ ਨਿਵਾਓ ਸੀਸ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਸ ਰਾਹੀਂ ਭਗਤ ਨਾਮਦੇਵ ਜੀ ਆਖ ਰਹੇ ਹਨ, ਕਹਾਂ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ। ਅਸਲ ਦੇ ਵਿੱਚ ਭਗਤਾਂ ਨੇ ਆਪਣੀ ਬਾਣੀ ਦੇ ਰਾਹੀਂ ਉਹਨਾਂ ਚੀਜ਼ਾਂ ਦਾ ਖੰਡਨ ਕੀਤਾ ਜਿਹੜੇ ਵਿਤਕਰੇ ਸਮਾਜ ਦੇ ਅੰਦਰ ਪੈਦਾ ਹੋ ਗਏ ਸਨ। ਤੇ ਇਸ ਡਰ ਕਰਕੇ ਲੋਕ ਨਾਮ ਨਹੀਂ ਸੀ ਜਪਦੇ ਕਿ ਸਾਡੀ ਤਾਂ ਜਾਤ ਨੀਵੀਂ ਹੈ, ਅਸੀਂ ਤਾਂ ਸ਼ੂਦਰ ਹਾਂ। ਜਿਨ੍ਹਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਸੀ, ਜਿਹੜੇ ਲੋਕ ਆਪਣੀ ਨੀਵੀਂ ਜਾਤ ਨੂੰ ਇਹ ਸਮਝ ਰਹੇ ਸਨ ਕਿ ਸਾਨੂੰ ਬੰਦਗੀ ਦਾ, ਨਾਮ ਜਪਣ ਦਾ, ਚੰਗੇ ਕਰਮ ਕਰਨ ਦਾ ਕੋਈ ਅਧਿਕਾਰ ਨਹੀਂ। ਉਹਨਾਂ ਨੂੰ ਭਗਤ ਜੀ ਨੇ ਬਹੁਤ ਵੱਡੀ ਪ੍ਰੇਰਨਾ ਕੀਤੀ ਕਿ ਆਓ ਮੇਰੇ ਨਾਲ ਤੁਸੀਂ ਵੀ ਉਠੋ, ਜਾਤ ਪਾਤ ਤੋਂ ਉੱਪਰ ਹੋ ਕੇ ਜੋ ਆਪਣੇ ਕਰਨ ਦਾ ਕੰਮ ਹੈ ਉਹ ਕਰੀਏ। ਕਿਉਂਕਿ ਮਨੁੱਖ ਤਾਂ ਜਿਹੜੀ ਸੀ ਉਹ ਇਹੀ ਸਮਝਦੀ ਸੀ ਵੀ ਸਾਨੂੰ ਤਾਂ ਉਸ ਪ੍ਰਭੂ ਦੀ ਬੰਦਗੀ ਕਰਨ ਦਾ ਅਧਿਕਾਰ ਨਹੀਂ। ਜਾਂ ਇਸ ਤਰ੍ਹਾਂ ਦੀ ਵੀ ਵਿਚਾਰ ਪਾਈ ਗਈ ਵੀ ਤੁਹਾਡਾ ਇਹ ਜਨਮ ਸ਼ੂਦਰ ਘਰ 'ਚ ਹੋਇਆ, ਫਿਰ ਵੈਸ ਦੇ ਵਿੱਚ ਹੋਏਗਾ, ਫਿਰ ਖੱਤਰੀਆਂ ਦੇ ਘਰ, ਫਿਰ ਬ੍ਰਾਹਮਣ ਦੇ ਘਰ ਵਿੱਚ ਜਨਮ ਹੋਏਗਾ, ਫਿਰ ਤੁਸੀਂ ਕਿਤੇ ਜਾ ਕੇ ਬੰਦਗੀ ਕਰ ਸਕਦੇ ਹੋ। ਇਸ ਸ਼ੂਦਰ ਜਾਤ ਦੇ ਅੰਦਰ ਤੁਸੀਂ ਜਨਮ ਲੈ ਕੇ ਅਤੇ ਛੋਟੀ ਜਿਹੀ ਕੁਲ ਵਿੱਚ ਤੁਸੀਂ ਜਨਮ ਲੈ ਕੇ ਬੰਦਗੀ ਨਹੀਂ ਕਰ ਸਕਦੇ। ਤੁਹਾਡਾ ਕੰਮ ਕੇਵਲ ਤਾਂ ਕੇਵਲ ਜਿਹੜੀਆਂ ਉੱਚੀਆਂ 3 ਜਾਤਾਂ ਹਨ ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਦੀ ਸੇਵਾ ਕਰਨੀ, ਉਹਨਾਂ ਦੀ ਚਾਪਲੂਸੀ ਕਰਨੀ, ਇਹੀ ਤੁਹਾਡਾ ਕੰਮ ਹੈ। ਭਗਤ ਜੀ ਨੇ ਇਸ ਗੱਲ ਨੂੰ ਮਨੁੱਖਤਾ ਦੇ ਸਾਹਮਣੇ ਰੱਖਦਿਆਂ ਆਖਿਆ, ਕਹਾਂ ਕਰੋ ਜਾਤੀ। ਜਾਤੀ ਦਾ ਅਰਥ ਹੁੰਦਾ ਹੈ ਜਾਤ। ਆਖਣ ਲੱਗੇ ਮੈਂ ਕੀ ਪਰਵਾਹ ਕਰਦਾ ਹਾਂ, ਭਾਉ ਮੈਨੂੰ ਪਰਵਾਹ ਨਹੀਂ ਇਸ ਜਾਤ ਦੀ ਕਿ ਮੇਰੀ ਜਾਤ ਛੋਟੀ ਹੈ, ਮੇਰੀ ਜਾਤ ਨੀਵੀਂ ਹੈ। ਕਹਿ ਕਰੋ ਪਾਤੀ। ਪਾਤੀ ਦਾ ਅਰਥ ਹੁੰਦਾ ਹੈ ਗੋਤ। ਮੈਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਮੇਰੀ ਜਿਹੜੀ ਗੋਤ ਹੈ ਉਹ ਨੀਵੀਂ ਹੈ। ਭਗਤ ਨਾਮਦੇਵ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਮੈਂ ਨਾ ਇਸ ਗੱਲ ਦੀ ਪਰਵਾਹ ਕਰਦਾ ਹਾਂ ਕਿ ਮੇਰੀ ਜਾਤ ਛੋਟੀ ਹੈ, ਮੇਰੀ ਗੋਤ ਵੀ ਛੋਟੀ ਹੈ। ਇਹਨਾਂ ਗੱਲਾਂ ਦੀ ਮੈਂ ਪਰਵਾਹ ਕਰਨੀ ਛੱਡ ਦਿੱਤੀ ਹੈ। ਭਾਉ ਕਿ ਕੀ ਪਰਵਾਹ ਕਰਾਂ, ਭਾਉ ਮੈਨੂੰ ਕੋਈ ਪਰਵਾਹ ਨਹੀਂ ਇਹਨਾਂ ਚੀਜ਼ਾਂ ਦੀ। ਤੁਸੀਂ ਵੇਖੋ ਕਿ ਕਿਸੇ ਉੱਚੀ ਨੀਵੀਂ ਜਾਤ ਗੋਤ ਦੀ ਪਰਵਾਹ ਨਾ ਕਰਨੀ ਔਰ ਜਿਸ ਨੂੰ ਇਹ ਅਧਿਕਾਰ ਨਹੀਂ ਭਗਤੀ ਕਰਨ ਦਾ, ਨਾਮ ਜਪਣ ਦਾ, ਜੀਵਨ ਨੂੰ ਸਵਾਰਨ ਅਤੇ ਸਿੰਗਾਰਨ ਦਾ,
ਭਗਤ ਜੀ ਨੇ ਉਹ ਕ੍ਰਾਂਤੀਕਾਰੀ ਵਿਚਾਰ ਆਪਣੇ ਜੀਵਨ 'ਚ ਪ੍ਰਗਟ ਕੀਤੀ। ਔਰ ਇਹੀ ਹਾਲਤ ਤਕਰੀਬਨ ਜਦੋਂ ਅਸੀਂ ਦੇਖਦੇ ਹਾਂ ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬ ਜੀ, ਭਗਤ ਸੈਨ ਜੀ ਜਾਂ ਹੋਰ ਬੇਅੰਤ ਭਗਤ ਜਿਹੜੇ 15 ਭਗਤ ਬੈਠੇ ਹਨ, ਉਹਨਾਂ ਸਾਰਿਆਂ ਨੂੰ ਅਸੀਂ ਦੇਖਦੇ ਹਾਂ ਕਿ ਹਰ ਇੱਕ ਭਗਤ ਨੇ ਆਪਣੇ ਜੀਵਨ ਕਿਰਦਾਰ ਦੇ ਵਿੱਚੋਂ ਉਹ ਖੁਸ਼ਬੂ ਜਿਹੜੀ ਵੰਡੀ ਜਾਂ ਉਹ ਭ੍ਰਾਂਤੀਆਂ ਖਤਮ ਕੀਤੀਆਂ, ਉਹ ਵਿਚਾਰਧਾਰਾ ਨੂੰ ਕੰਡਮ ਕੀਤਾ ਜਿਹੜੀ ਵਿਚਾਰਧਾਰਾ ਉਹਨਾਂ ਦੇ ਸਿਰ 'ਤੇ ਥੋਪ ਦਿੱਤੀ ਗਈ ਸੀ। ਉਹ ਕਹਿੰਦੇ ਮੈਂ ਨਹੀਂ ਮੰਨਦਾ ਇਸ ਵਿਚਾਰਧਾਰਾ ਨੂੰ। ਔਰ ਇਹ ਸਿੱਧਾ ਇੱਕ ਚੈਲੰਜ ਸੀਗਾ ਉਸ ਵੇਲੇ ਦੀ ਬਣੀ ਹੋਈ ਵਰਨ ਵੰਡ ਨੂੰ। ਇਹ ਕਹਿਣਾ ਬੜਾ ਸੌਖਾ ਹੈ, ਪਰ ਜਦੋਂ ਭਗਤਾਂ ਨੇ ਕ੍ਰਾਂਤੀਕਾਰੀ ਵਿਚਾਰ ਮਨੁੱਖਤਾ ਦੇ ਸਾਹਮਣੇ ਰੱਖੀ ਹੋਏਗੀ, ਇਸ ਕਰਕੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਸਾਹਮਣੇ ਕਿਤਨੇ ਕੁ ਦੁੱਖ ਉਹਨਾਂ ਨੂੰ ਝੱਲਣੇ ਪਏ, ਕਿਤਨੇ ਕੁ ਸਮੇਂ ਦੇ ਅਨੁਸਾਰ ਬਗਾਵਤ ਦਾ ਸਾਹਮਣਾ ਕਰਨਾ ਪਿਆ ਲੋਕਾਂ ਦੀ, ਰਾਜੇ ਮਹਾਰਾਜਿਆਂ ਦੇ ਅੱਗੇ, ਪਰ ਉਹ ਅਡੋਲ ਖਲੋਤੇ ਰਹੇ। ਇੱਥੇ ਤੱਕ ਕਹਿ ਦੇਣਾ, ਕਹਿੰਦੇ ਮਰੀ ਤਾਂ ਗਊ ਜਿਵਾਏ ਨਾਮਦੇਵ ਕਾ ਪਤਿਆ ਜਾਏ, ਜੇ ਅਬ ਕੀ ਬਾਰ ਨਾ ਜੀਵੇ ਗਾਏ। ਇਸ ਤਰ੍ਹਾਂ ਦੀ ਵਿਚਾਰਧਾਰਾ ਸੁਲਤਾਨ ਪੁੱਛੇ ਸੁਨਬੇ ਨਾਵਾਂ, ਬਾਦਸ਼ਾਹ ਨੇ ਗੱਲ ਕਹਿ ਦੇਣੀ ਕਿ ਭਗਤ ਨਾਮਦੇਵ ਜੀ, ਜੇ ਤੁਸੀਂ ਇਹ ਵਿਚਾਰ ਕਰਦੇ ਹੋ ਤਾਂ ਤੁਸੀਂ ਮਰੀ ਹੋਈ ਗਊ ਜਿਉਂਦਾ ਕਰੋ। ਇਹ ਸਾਰਾ ਕਿਉਂ ਉਹਨਾਂ ਦੇ ਨਾਲ ਕਿਉਂ ਵਰਤ ਰਿਹਾ ਸੀ? ਰਾਜਾ ਕਿਉਂ ਵਿਰੋਧ ਕਰ ਰਿਹਾ? ਰਾਜੇ ਦੇ ਵਿਰੋਧ ਕਰਨ ਦਾ ਕਾਰਨ ਹੈ ਜਿਹੜੀ ਉੱਚੀ ਜਾਤ ਦੇ ਆਪਣੇ ਆਪ ਨੂੰ ਸਮਝਦੇ ਸਨ ਔਰ ਜਿਨ੍ਹਾਂ ਨੇ ਧਰਮ ਨੂੰ, ਨਾਮ ਨੂੰ, ਸ਼ੁਭ ਕਰਮਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਸੀ, ਉਹ ਨਹੀਂ ਚਾਹੁੰਦੇ ਸਨ ਕਿ ਇਹ ਪਦ ਪਦਵੀ ਕਿਸੇ ਹੋਰ ਨੂੰ ਪ੍ਰਾਪਤ ਹੋਵੇ। ਭਾਵੇਂ ਬੰਦਗੀ ਕਰਨ ਦਾ ਜਿਹੜਾ ਅਧਿਕਾਰ ਜਿਹੜੇ ਜਮਾ ਕੇ ਬੈਠੇ ਸਨ ਵੀ ਸਾਡਾ ਅਧਿਕਾਰ ਹੈ, ਅਸੀਂ ਦਾਨ ਕਰ ਸਕਦੇ ਹਾਂ, ਦਾਨ ਲੈ ਸਕਦੇ ਹਾਂ, ਅਸੀਂ ਪੂਜਾ ਕਰ ਸਕਦੇ ਹਾਂ, ਪੂਜਾ ਕਰਵਾ ਸਕਦੇ ਹਾਂ, ਅਸੀਂ ਵਿੱਦਿਆ ਪੜ੍ਹ ਸਕਦੇ ਹਾਂ, ਵਿੱਦਿਆ ਪੜ੍ਹਾ ਸਕਦੇ ਹਾਂ। ਜਿਨ੍ਹਾਂ ਨੇ ਇਹ ਅਧਿਕਾਰ ਆਪਣੇ ਹੱਥ 'ਚ ਰੱਖਿਆ ਸੀ, ਉਹਨਾਂ ਨੇ ਜਾ ਕੇ ਰਾਜੇ ਦੇ ਕੰਨ ਭਰੇ ਕਿ ਇੱਕ ਨੀਵੀਂ ਜਿਹੀ ਜਾਤ ਵਿੱਚ ਜਨਮ ਲੈ ਕੇ ਭਗਤ ਨਾਮਦੇਵ ਜੀ ਅਤੇ ਉਹ ਇਸ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ ਅਤੇ ਸਾਡੀ ਬਣਾਈ ਹੋਈ ਵਿਚਾਰਧਾਰਾ ਵਰਨ ਵੰਡ ਨੂੰ ਉਹ ਚੈਲੰਜ ਕਰ ਰਹੇ ਹਨ। ਇਸ ਕਰਕੇ ਉਹਨਾਂ ਦੇ ਨਾਲ ਧੱਕਾ ਕੀਤਾ ਜਾਏ, ਉਹਨਾਂ ਦੇ ਉੱਤੇ ਇਹ ਸਾਰੇ ਜਿਹੜੇ ਫਤਵੇ ਲਾ ਦਿੱਤੇ ਗਏ, ਪਰ ਉਹਨਾਂ ਨੇ ਆਪਣੀ ਵਿਚਾਰਧਾਰਾ ਨਹੀਂ ਛੱਡੀ। ਔਰ ਜਦੋਂ ਐਸਾ ਵਾਕਿਆ ਭਗਤ ਨਾਮਦੇਵ ਜੀ ਦੀ ਜ਼ਿੰਦਗੀ ਵਿੱਚ ਵਰਤਦਾ ਹੈ, ਤੁਸੀਂ ਵੇਖੋ ਕਿ ਕਿਤਨੀ ਪਿਆਰੀ ਵਿਚਾਰ ਉਹਨਾਂ ਨੇ ਮਨੁੱਖਤਾ ਦੇ ਸਾਹਮਣੇ ਰੱਖੇ। ਉਹ ਕਹਿਣ ਲੱਗੇ, ਕਹਿੰਦੇ ਹਮਰੋ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਕਹਿਣ ਲੱਗੇ ਬਾਦਸ਼ਾਹ ਵੀ ਸੱਚ ਗਲਤ ਹੈ, ਇਹ ਸਾਡਾ ਕੀਤਾ ਕੁਛ ਨਹੀਂ ਹੁੰਦਾ, ਜੋ ਪਰਮਾਤਮਾ ਨੇ ਕਰਨਾ ਉਹੀ ਹੋਣਾ। ਤੂੰ ਕਹਿੰਦਾ ਮਰੀ ਹੋਈ ਗਊ ਜਿੰਦਾ ਕਰਦੇ, ਇਹ ਮੇਰਾ ਕੰਮ ਨਹੀਂ ਹੈ। ਜੀਵਾਣਾ ਮਾਰਨਾ ਇਹ ਸਭ ਮੇਰੇ ਪ੍ਰਭੂ ਦੇ ਕੰਮ ਹਨ। ਠੀਕ ਹੈ, ਮੇਰੀ ਜਾਤ ਨੀਵੀਂ ਹੈ, ਪਰ ਮੈਂ ਹੁਣ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਕਰਦਾ ਕਿ ਮੇਰੀ ਜਾਤ ਨੀਵੀਂ ਹੈ। ਮੈਂ ਨੀਵੀਂ ਕੁਲ ਵਿੱਚ ਪਲਿਆ, ਬੜਾ ਵੱਡਾ ਹੋਇਆ, ਪਰ ਮੈਂ ਇਸ ਗੱਲ ਦੀ ਪਰਵਾਹ ਛੱਡ ਦਿੱਤੀ। ਇਹਨਾਂ ਚੀਜ਼ਾਂ ਵਿੱਚੋਂ ਸਾਨੂੰ ਨਿਕਲਣਾ ਪੈਣਾ। ਇਹ ਜਿਹੜੀ ਭ੍ਰਾਂਤੀਆਂ ਸਾਡੇ ਮਨ ਵਿੱਚ ਨੇ, ਜਦੋਂ ਆਪਾਂ ਕਹਿੰਦੇ ਨਾ ਸਾਡੀ ਛੋਟੀ ਜਾਤ ਵਿੱਚ ਜਨਮ ਹੋਇਆ, ਅਸੀਂ ਬੜੇ ਨੀਵੇਂ ਹਾਂ, ਪਰ ਪਿਆਰ ਵੱਲੋਂ ਸੱਚ ਜਾਣਨਾ, ਉਹਨਾਂ ਚੀਜ਼ਾਂ ਦਾ ਸਾਨੂੰ ਮੁਕਾਬਲਾ ਕਰਨਾ ਪੈਣਾ। ਔਰ ਇਹੀ ਕਾਰਨ ਬਣਿਆ ਕਿ ਸਾਡਾ ਦੇਸ਼ ਸਦੀਆਂ ਸਦੀਆਂ ਵਾਸਤੇ ਗੁਲਾਮ ਹੋ ਗਿਆ, ਕਿਉਂਕਿ ਅਸੀਂ ਉਸ ਵਿਚਾਰਧਾਰਾ ਦੇ ਧਾਰਨੀ ਨਹੀਂ ਰਹੇ। ਕਦੀ ਸਮਾਂ ਸੀ ਕਿ ਜਦੋਂ ਦੇਸ਼ ਦੇ ਵਿੱਚੋਂ ਨੀਵੀਂ ਜਾਤ ਦੇ ਲੋਕਾਂ ਨੇ ਬਾਹਰੋਂ ਆਏ ਹਮਲਾਵਰਾਂ ਨੂੰ ਰੋਕਣ ਦਾ ਯਤਨ ਕੀਤਾ, ਪਰ ਇਸ ਕਰਕੇ ਅਸੀਂ ਗੁਲਾਮ ਬਣ ਗਏ ਕਿਉਂਕਿ ਉੱਚੀ ਜਾਤ ਦੇ ਲੋਕਾਂ ਨੇ ਉਹਨਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਰਾਣਾ ਸਾਂਗਾ ਜੰਗ ਕਰ ਰਿਹਾ ਸੀ ਅਤੇ ਤਕਰੀਬਨ ਯੁੱਧ ਦੇ ਵਿੱਚ ਫਤਿਹ ਹੋ ਰਹੀ ਸੀ, ਪਰ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸਨ ਉਹ ਜੰਗ ਵਿੱਚ ਮਾਰੇ ਜਾਂਦੇ ਹਨ। ਅਤੇ ਉਹਨਾਂ ਦੇ ਕਿਸੇ ਸਾਥੀ ਨੇ ਕਿਹਾ ਉੱਚੀ ਜਾਤ ਦੇ ਲੋਕਾਂ ਨੂੰ ਵੀ ਸਾਡਾ ਸਾਥ ਦਿਓ, ਸਾਡਾ ਦੇਸ਼ ਗੁਲਾਮ ਨਹੀਂ ਹੋਏਗਾ, ਅਸੀਂ ਆਜ਼ਾਦ ਰਹਾਂਗੇ।
ਤੇ ਉਹਨਾਂ ਨੇ ਗੱਲ ਕਰਕੇ ਸਾਥ ਨਹੀਂ ਸੀ ਦਿੱਤਾ ਵੀ ਤੇਰੀ ਨੀਵੀਂ ਜਾਤ ਹੈ ਤੇ ਅਸੀਂ ਖੱਤਰੀ ਉੱਚੀ ਜਾਤ ਦੇ ਹਾਂ। ਇਸ ਕਰਕੇ ਦੇਸ਼ ਸਦੀਆਂ ਸਦੀਆਂ ਵਾਸਤੇ ਗੁਲਾਮ ਹੋ ਗਿਆ। ਇਸ ਕਰਕੇ ਭਗਤ ਨਾਮਦੇਵ ਜੀ ਨੇ ਉਸ ਗੁਲਾਮੀ ਦਾ ਫਾਹਾ ਕੱਟਣ ਵਾਸਤੇ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਨੂੰ ਸਵਾਰਨ ਤੇ ਸਿੰਗਾਰਨ ਦਾ ਕਰਮ ਕਰੀਏ। ਕਾਹਾਂ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਕਹਿਣ ਲੱਗੇ ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ। ਹੁਣ ਤੁਸੀਂ ਵੇਖੋ ਕਿ ਜਿਨ੍ਹਾਂ ਨੂੰ ਨਾਮ ਸਿਮਰਨ ਦਾ ਅਧਿਕਾਰ ਨਹੀਂ, ਜੇ ਉਹ ਨਾਮ ਦੀ ਗੱਲ ਕਰਦੇ ਨੇ ਉਹਨਾਂ ਦੀ ਜਿਹਵਾ ਕੱਢ ਦਿੱਤੀ ਜਾਂਦੀ ਹੈ। ਜੇ ਨਾਮ ਸੁਣਦੇ ਨੇ ਕੰਨਾਂ ਵਿੱਚ ਸਿੱਖੇ ਢਾਲ ਕੇ ਪਾ ਦਿੱਤੇ ਜਾਂਦੇ, ਦੁਬਾਰਾ ਕਦੇ ਸੁਣ ਨਾ ਸਕਣ, ਦੁਬਾਰਾ ਕਦੇ ਸੁਣ ਨਾ ਸਕਣ। ਪਰ ਫਿਰ ਵੀ ਉਹ ਕਹਿੰਦੇ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹਾਂ। ਉਸ ਵੇਲੇ ਦੇ ਸਮਾਜ ਵਾਸਤੇ ਅੱਜ ਵੀ ਜਦੋਂ ਅਸੀਂ ਸਮਾਜ ਪੱਧਰ 'ਤੇ ਦੇਖਦੇ ਹਾਂ ਨਾ, ਤੇ ਨੀਵੀਂ ਜਾਤ ਅਖਵਾਉਣ ਵਾਲੇ ਲੋਕਾਂ ਦੇ ਉੱਤੇ ਧੱਕਾ ਹੁੰਦਾ ਹੈ। ਕਿਤੇ ਧਾਰਮਿਕ ਅਸਥਾਨਾਂ 'ਤੇ ਐਂਟਰੀ ਨਹੀਂ ਉਹਨਾਂ ਦੀ, ਉਹਨਾਂ ਨੂੰ ਧਰਮ ਕਰਮ ਕਰਨ ਦਾ ਅਧਿਕਾਰ ਨਹੀਂ। ਪਿਛਲੇ ਦਿਨਾਂ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਇੱਕ ਛੋਟੀ ਜਾਤ ਦੇ ਬੱਚੇ ਨੇ ਹੱਥ ਵਿੱਚ ਕੜਾ ਪਾ ਲਿਆ ਔਰ ਮੁੱਛਾਂ ਰੱਖੀਆਂ ਹੋਈਆਂ ਸਨ, ਭਾਵੇਂ ਉਹ ਕੋਈ ਰਾਜਸਥਾਨ ਤੋਂ ਸੀ, ਪਰ ਉਸ ਨੂੰ ਇਸ ਕਰਕੇ ਮਾਰ ਦਿੱਤਾ ਕਿ ਉਹ ਸੂਦਰਾਂ ਦੇ ਘਰ ਵਿੱਚ ਨੀਵੀਂ ਜਾਤ ਵਿੱਚ ਜਨਮ ਲਿਆ ਅਤੇ ਉਸ ਨੂੰ ਮੁੱਛਾਂ ਰੱਖਣ ਦਾ ਅਧਿਕਾਰ ਕੀ ਹੈ। ਉੱਥੇ ਦੀ ਉੱਚੀ ਜਾਤੀ ਦੇ ਲੋਕਾਂ ਨੇ ਉਸ ਬੱਚੇ ਨੂੰ ਕਤਲ ਕਰ ਦਿੱਤਾ। ਮਤਾ ਸਮਝੋ ਕਿ ਅੱਜ ਵੀ ਅਸੀਂ ਲੋਕ ਇਹਨਾਂ ਗੱਲਾਂ ਤੋਂ ਜਾਂ ਇਹਨਾਂ ਭ੍ਰਾਂਤੀਆਂ ਤੋਂ ਨਿਕਲ ਚੁੱਕੇ ਹਾਂ। ਜਾਂ ਉਹ ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਅਤੇ ਜਦ ਸਾਨੂੰ ਨੀਵੀਂ ਜਾਤ ਕਰਕੇ ਦੁਰਕਾਰਿਆ ਜਾਂਦਾ ਹੈ ਅਤੇ ਅਸੀਂ ਆਪਸ ਵਿੱਚ ਇਕੱਠੇ ਨਹੀਂ ਹੁੰਦੇ। ਔਰ ਇਹੀ ਕਾਰਨ ਹੈ ਕਿ ਜਿਹੜੀ ਵੱਡੀ ਗਿਣਤੀ ਹੈ ਉਹ ਛੋਟੀ ਗਿਣਤੀ ਦੀ ਗੁਲਾਮ ਬਣ ਕੇ ਆਪਣੇ ਜੀਵਨ ਨੂੰ ਜੀ ਰਹੀ ਹੈ, ਕਿਉਂਕਿ ਸਾਡੀ ਆਪਸ ਦੇ ਵਿੱਚ ਸਾਂਝ ਨਹੀਂ ਹੈ। ਇੱਕ ਦੂਜੇ ਦਾ ਅਸੀਂ ਸਾਥ ਨਹੀਂ ਦਿੰਦੇ, ਇੱਕ ਦੂਜੇ ਨਾਲ ਖੜਦੇ ਨਹੀਂ ਹਨ। ਇਸ ਕਰਕੇ ਗੁਰੂ ਸਾਹਿਬ ਨੇ ਖਾਲਸਾ ਪੈਦਾ ਕੀਤਾ ਸੀ ਇਸ ਜਾਤ ਪਾਤ ਨੂੰ ਕੰਡਮ ਕਰਨ ਵਾਸਤੇ। ਔਰ ਜਿਹੜੇ ਲੋਕ ਕਹਿੰਦੇ ਸਨ, ਕਹਿੰਦੇ ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਸਾਡੀ ਨੀਵੀਂ ਜਾਤ ਹੈ ਜੀ, ਅਸੀਂ ਤਾਂ ਚਿੜੀ ਵੀ ਉੜਦੀ ਹੈ ਅਤੇ ਡਰ ਲੱਗਦਾ, ਦੁਸ਼ਮਣ ਨਾਲ ਕਿਵੇਂ ਲੜ ਸਕਦੇ ਹਾਂ। ਤੁਸੀਂ ਕਹਿੰਦੇ ਵੀ ਹੱਥਾਂ ਦੇ ਵਿੱਚ ਕਿਰਪਾਨ ਫੜ ਲਓ ਅਤੇ ਨੰਗੀ ਜਿਹੜੀ ਕਰਦ ਕਬੂ ਨਹੀਂ ਪਕੜੀ। ਤੁਸੀਂ ਕਹਿੰਦੇ ਤਲਵਾਰ ਫੜੋ, ਇਸ 'ਤੇ ਨੰਗੀ ਕਰਦ ਨਹੀਂ ਫੜ ਕੇ ਵੇਖੀ ਕਦੀ। ਅੱਜ ਤੁਸੀਂ ਕਹਿੰਦੇ ਵੀ ਕਿਰਪਾਨ ਫੜੋ, ਉਹਨਾਂ ਦਾ ਮੁਕਾਬਲਾ ਕਰੋ, ਇਹ ਕਿਵੇਂ ਹੋ ਸਕਦਾ। ਮਾਰਨ ਕੇ ਇਨਹੀਂ ਕੋ ਸਰਦਾਰ ਬਣਾਓ ਤਬੇ ਗੋਬਿੰਦ ਸਿੰਘ ਨਾਮ ਕਹੂੰ। ਤੁਸੀਂ ਜਿਹੜੇ ਕਹਿੰਦੇ ਨਾ ਨੀਵੀਂ ਜਾਤ ਸਾਡੀ, ਅਸੀਂ ਲੱਤੜੇ ਹੋਏ ਪਛੜੇ ਹੋਏ ਹਾਂ, ਉਹਨਾਂ ਨੇ ਕਿਹਾ, ਸਤਿਗੁਰ ਨੇ ਕਿ ਮੈਂ ਤੁਹਾਨੂੰ ਸਰਦਾਰੀ ਦੇਣੀ ਹੈ, ਤੁਹਾਨੂੰ ਉੱਚਾ ਬਣਾਉਣਾ। ਔਰ ਇਹ ਤਾਂ ਹੀ ਹੋ ਸਕਦਾ ਹੈ ਜਿਹੜੀ ਵਿਚਾਰਧਾਰਾ ਭਗਤਾਂ ਨੇ ਸਾਡੇ ਸਮਕਸ਼ ਰੱਖੀ ਔਰ ਸਾਡੇ ਸਾਹਮਣੇ ਰੱਖੀ। ਇਸ ਕਰਕੇ ਇਹ ਕੇਵਲ ਭਗਤ ਨਾਮਦੇਵ ਦੀ ਵਿਚਾਰਧਾਰਾ ਨਹੀਂ, ਤਕਰੀਬਨ ਸਾਰੇ ਭਗਤਾਂ ਨੇ ਇਕਜੁੱਟ ਹੋ ਕੇ ਜਾਤ ਪਾਤ ਦੇ ਖਿਲਾਫ ਇਸ ਮੁਹਿੰਮ ਨੂੰ ਅੰਜਾਮ ਦਿੱਤਾ। ਔਰ ਕਿਤੇ ਨਾ ਕਿਤੇ ਉਹ ਉਸ ਵੇਲੇ ਆਪਣੀ ਇਸ ਮੁਹਿੰਮ ਦੇ ਵਿੱਚ ਕਾਮਯਾਬ ਹੋਏ ਕਿ ਉਹਨਾਂ ਨੇ ਬਹੁਤ ਵੱਡੀ ਕ੍ਰਾਂਤੀ ਖੜੀ ਕਰ ਦਿੱਤੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਮਾਤੀ। ਰਾਮ ਗੁਸਈਆਂ ਜੀ ਕੇ ਜੀਵਨਾ ਮੋਹ ਨਾ ਵਿਸਾਰੋ, ਮੈਂ ਜਨ ਤੇਰਾ। ਮੇਰੀ ਹਰੋ ਵਿਪਤ ਜਨ ਕਰੋ ਸਵਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਕਹਿ ਰਵਿਦਾਸ ਪਰੋ ਤੇਰੀ ਸਾਂਭਾ, ਵੇਗ ਮਿਲੋ ਜਨ ਕਰ ਨਾ ਬਿਲਾਂਬਾ। ਭਗਤਾਂ ਨੇ ਕਹਿ ਦਿੱਤਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੈ। ਜਾ ਕੀ ਛੋਤ ਜਗਤ ਕੋ ਲਾਗੇ, ਤਾਬਰ ਤੂੰ ਹੀ ਤਰੈ। ਨੀਚਾ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਸਿੱਧੀ ਹੁਣ ਪਰਵਾਹ ਨਹੀਂ ਕਰਦਾ ਵੀ ਮੇਰੀ ਨੀਵੀਂ ਜਾਤ ਹੈ। ਮੈਂ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭਜਦਾ ਹਾਂ, ਸਿਮਰਦਾ, ਜੋ ਕਿ ਮੇਰਾ ਅਧਿਕਾਰ ਨਹੀਂ ਹੈ। ਵਰਨ ਵਰਨ ਦੇ ਮੁਤਾਬਿਕ ਮੈਂ ਨਾਮ ਨਹੀਂ ਜਪ ਸਕਦਾ, ਪਰ ਮੈਂ ਕਿਸੇ ਗੱਲ ਦੀ ਹੁਣ ਪਰਵਾਹ ਨਹੀਂ ਕਰਦਾ ਵੀ ਮੈਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਹੈ। ਮੇਰੀ ਜਾਤ ਵੀ ਨੀਵੀਂ, ਮੇਰੀ ਕੁਲ ਵੀ ਨੀਵੀਂ, ਪਰ ਫਿਰ ਵੀ ਮੈਂ ਤੁਹਾਨੂੰ ਵੀ ਪ੍ਰੇਰਨਾ ਕਰਦਾ। ਭਗਤ ਨਾਮਦੇਵ ਜੀ ਕਹਿੰਦੇ, ਪਰ ਦਿਨ ਰਾਤ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਸਾਹਿਬ ਜੀ ਨੇ
जिन्हां भगतां दी बाणी गुरु ग्रंथ साहिब दे विच दर्ज कीती वो सारे किरती ने, बेलड़ बंदा कोई नहीं है। एक भी भगत तुहानूं बेलड़ नहीं मिलेगा। इस करके उन्हां दी बाणी विचों उन्हां दी किरत दे नाल जुड़े हुए शब्द मिलते हैं। जे इत्थे जो अखर आ रहा ना, मन मेरो गज जिहवा मेरी काती, ये उन्हां दी किरत है, भगत नामदेव जी दी। क्योंकि कपड़ियां दा काम है, तो कपड़े नूं मिलण वास्ते असीं देखते हैं जिहड़े बजाजी हुंदे ने, हुण तां खैर रिवाज ही समाप्त हो गया। पिंडां दे विच पहलां बजाजी आंदे सन, एक पंड बन लैनी मोढे ते पा लैनी, ते एक गज हत्थ विच फड़ लैना, ते पिंड पिंड जाके कपड़ा बेचना। उन्हां नूं कहंदे ते बजाजी। वो की करते सन कि गज नाल कपड़ा मिन के और वड़ते सन। भगतां दी बाणी दी एक खूबसूरती है, जां इस बाणी विचों मैं बेनती करां कि सानू नाल नाल उन्हां दी किरत झलक रही है, और किरत दा ही उपदेश वो दे रहे हैं भी किरत दे विचों अखर लैके करते नूं याद करन दी प्रेरणा है। माफ़ करना, जे साडी किरत दे विच करते दे नाम दी सुगंधी नहीं, तां साडी जिहड़ी किरत है हो सकदा है किसी दा पराया हक ही होवे। उसदे उत्ते गुरमत ने बहुत जोर दिता है, हक पराया नानका उस सुअर उस गाय, गुर पीर हामा ता परै जां मुरदार ना खाए। गुरबाणी सारी साडी किरत नूं सुच्चा रखण वास्ते प्रेरणा करदी है। सिखा तेरी किरत मैली नहीं होनी चाहिए, क्योंकि जे आपां किसी दा हक मार के, किसी दे उत्ते जुल्म करके, किसी दा खो के, किसी दा धन चोरी करके, किसी नूं धोखा दे के असीं जे घर दे विच लैके आवांगे ना, ये साडी संतान ने उदां दा बन जाना है। इस करके गुरमत ने पहली गल ये गल ध्यान च रखनी है कि कोई भी किरत करिए, उस किरत विचों असीं ये चेते रखना है कि ठगी दी किरत जिहड़ी है मेरे गुरु नानक ने प्रवान नहीं करनी। जिथे गुरु नूं प्रवान नहीं, उत्थे मेरे बच्चों का चंगा भविख नहीं हो सकता, क्योंकि जैसा अन्न वैसा मन। मैं ठगी की किरत लैके अन्न खरीद के लैके आवांगा, मेरे बच्चों का मन उस तरह का बनेगा। एक गल किरत साफ होवे, किरत दे राही ही परमात्मा की कीर्ति होवे। जे बाबा नानक जी हट्टी ते बैठे ने तां उत्थे किरत करते करते कीर्ति कर रहे परमात्मा की। तुसीं वेखो कि गुरु नानक पातशाह जी का मोदी खाना चलाना, उसकी जय जयकार हर पासे हुई। उसका कारण क्योंकि महाराज किरत भी कर रहे हैं और नाल परमात्मा की सिफ सलाह कर रहे हैं, कीर्ति कर रहे हैं। 13-13 तोलन का अर्थ केवल 13-13 तोलना नहीं, उसका अर्थ है परमात्मा की सिफ सलाह। तेरा ही तेरा करना भी एक किरत तेरे आसरे ते चल रही है, ये सब कुछ तेरा है। ऐसी भावना बना लेनी मन च, अपना आपा भाव पासे रख देना। इत्थे भगत नामदेव जी कहते ने, मन मेरो गज जिहवा मेरी काती। आखन लगे मेरा मन गज बन गया है। पहली गल तो समझना कि मन की है, मन कित्थों उपजदा है, मन करदा की है। जिस मन नूं भगत जी कहते ने कि मेरा जिहड़ा मन है वो गज बन गया है, तो गज का काम हुंदा मिलना। ये साडा मन साडे जीवन नूं किवें मिल रहा है, साडी जिहवा किवें ये जमांदी फाइल नूं कैची दे वांग वड रही है। की समझाना चाहते ने भगत जी? पहली गल समझना मन। गुरबाणी कहती है, कहने मन बारे जे समझना, यह मन सगति ए मन सीओ, ए मन पंच तत्त को जियो। ये पंच तत्तां दे जियो है, जिंद है। पंच तत्त ने शब्द स्पर्श रूप रंग गंध, ये पंज दा सुमेल है मन। जिहड़ा साडा मन है ना, उस दे विचों शब्द है, शब्द फुरने,
फिर है स्पर्श, किसी नाल टच होना, उत्थों साडा मन बनता है। रूप देखते उत्थों ख्याल बनते ने, रंग देखते उत्थों रस जदों माणदे हैं उत्थों साडे फुरने बनते ने, ते गंध। ये पंज तत्त गुरबाणी च लिखे हुए ने कि ये जिहड़ा मन है इन्हां पंज तत्तां दी जिंद है, जियो है, क्योंकि इन्हां पंज तत्तां विचों पैदा होया है। ये जिहड़ा मन है साडे कर्मां नूं नाप के ते साडी जिहवा रूपी जिहड़ी कैची है नाम जप के किवें साडे जमां दी फाइल नूं कढ सकदी है। ये गल भगत नामदेव जी अपनी कृत दे राहीं समझाना चाहते। साडा मन गज बन जाए, साडे कर्मां नूं नापण वास्ते कितने कर्म मेरे जीवन में चंगे ने, कितने कर्म माड़े ने, किहड़े कर्म मैं कर रहा, किहड़े कर्म नहीं कर रहा। और मैं ये भी बेनती करा, मन तो बिना होर कोई साडे कर्मां नूं दस नहीं सकता, साडा मन ही दस सकता है कि साडे कर्म किदां दे ने। इन्हां कर्मां नूं नापण दा यतन करिए। इन्हां कर्मां नूं परचोलन दा यतन करिए भी साडे जिहड़े कर्म ने गुरु दे मुताबिक कितने हैं, कितने मैं सही कर्म कर रहा, कितने मैं गलत काम कर रहा। पहला परचोल इस मन दे राहीं अपने कर्मां दी है, क्योंकि ये मन है देखो जदों ये पंज तत्त दे विच गलतान हो जाता है तो ये संसार वाले पासे चला जाता है। जदों पंज तत्तां तो उपराम हो जाता है उस वेले ये रब का रूप हो जाता है। ये मन बनया पंज तत्तां विचों है, पर जदों पंज तत्तां तो उपराम हो के सच दे नाल जुड़ जाता है फिर ये रब का रूप हो जाता है। इस मन ने ही नाप नाप के साडे जीवन नूं परचोल के साडे जीवन दे कर्मां दी फाई नूं कटना है। ये मन साडा ऐसा साथी बन सकता है। इस करके भगत जी कहते ने हुण मैं अपने मन नूं गज बना लिया। जिवें कपड़िਆਂ नूं मापण वास्ते मैं गज नूं मिनण वास्ते गज नूं वरतदा हाँ, इस तरह अपने मन नूं अपने जीवन रूपी शरीर रूपी कपड़े नूं समझण वास्ते, इस नूं मापण वास्ते, इस दी अवस्था नूं चैक करन वास्ते वरत रहे भी ये कित्थे पहुँच गया है। जिहवा मेरी काती ते मेरी जिहवा है जमान है, एक कैची बन गई है। ये जब जब के नाम उस फाई नूं कट रही है जो जीवन च बन चुकी है, जो मेरे कर्म जीवन च बन चुके ने। एक मैं बेनती करा, जीवन विच कई बारी जिहड़े कर्म ने ऐसे इकट्ठे हो जाते ने, जिहड़े कर्म पल पल घड़ी घड़ी सानू दुखी करते हैं, तंग करते हैं। उन्हां कर्मां तो बचन वास्ते, उन्हां दे प्रभाव तो अपने आप नूं दूर रखण वास्ते साडे कोल केवल जिहवा, जिस जिहवा दे राहीं असी रब दी बंदगी करिए तां उस रब दी याद आउण तो बाद वो कर्म साडे जीवन चों पासे हो सकते हैं। होर साडे कोल कोई तरीका नहीं। इस करके भगत जी कहते ने जिवें कपड़ा मिनन वाला गज है तो मैं अपने मन नूं गज बना लिया है, तो जिहवा नूं कैची बना लिया है। मैं माप के माप के कछ के मैं जमां दी सफाई नूं कट रहा हाँ। मन मेरो गज जिहवा मेरी काती, मप काटों जम की फांसी। पाओ कि प्रभु दे नाम नूं मन विच वसा के जीव नाल जप के मैं अपने मन रूप गज नाल कहते ने माप के जीव कैची नाल मौत दे डर दी फाई नूं कट रहा हाँ। जिहड़ा अंदर एक सहम है उस सहम नूं दूर कर रहा हाँ। प्यार वाले सच जानना, जदों अपने मन नूं गज बनावांगे ना, मन रूपी गज नाल असी उन्हूं माप के अते जीव कैची नाल मौत दे डर दी फाई नूं कट देवांगे तां उस वेले साडा जीवन जिहड़ा है वो सफला होएगा।
क्योंकि जिन्ना चिर अंदर डर है उन्ना चिर बंदगी नहीं है। एक शब्द तुसी अक्सर पढ़ते हो, मालिक ने जिसके सिर ऊपर तू स्वामी, सो दुख कैसा पावै, बोल न जाने माया मद माता, मरना चीत ना आवे। उत्थे मरना चीत का अर्थ है कि मौत का डर हुण जीवन चों पासे हो गया। हुण मौत का मैनूं कोई डर नहीं रह गया। हुण मैं मौत तो डरदा नहीं हाँ, आओ कि मौत मैनूं सतांदी नहीं है। नहीं तो बंदा कहता हाए मर जाना है, चले जाना है, मौत आ जानी है। जदों असीं नाम जपांगे फिर ये गल्लां पासे हो जाणियां, भी मौत पता लग जावे मौत तो आउणी ही है, ये तो लाजमी है। पर मौत आउण तो पहलां जिहड़ा कर्म मैं करना है, जिस वास्ते मैनूं मेरे प्रभु ने जीवन दिता है, मैं वो कर्म क्यों ना करा। मौत तो सारिआं नूं आनी है। मौत तो एक अटल सच्चाई है। मौत का इस तरह का डर होना, एक सहम होना, मर जाना, गुरमत ने इसनूं प्रवान नहीं किया। हाँ, मौत के प्रति ये जागरूक होना कि संसार में थोड़ा जिहा समा मिलिਆ, ये किते अजाई ना लंघ जाए, किते मौत ना आ जाए, इस तो पहला मैं भजन बंदगी कर लवां, ये विचार होनी जरूरी है। पर मौत का सहम होना, मर जाना है, और हर वेले उस सहम दे विच ही रहना, किते हाए मौत ना आ जाए, किते मर ना जाइए। भगत नामदेव जी कहते वो जिहड़ी मौत की डर रूपी फाई है ना, मैं वो कट रहा जीवन चों, अपनी फाई मुका लईए। मैं हुण मैनूं मौत सतांदी नहीं है, मौत का डर मैनूं तंग नहीं करता। फिर कहन लगे, कहते रांगन रांगों सीवन सीवों, राम नाम बिन करी न जीवों। आखन लगे वो भांडा जिस विच निरारी कपड़े रंगदा है, आओ कि वो मट जिहा हुंदा है, मटकी हुंदी है। कहन लगे ये शरीर मट दे विच, कहंदे मैं अपने आप नूं नाम नाल रंग रहा हाँ। शरीर रूपी मट है, और इस दे विच अपने मन नूं नाम नाल रंगना है। ये शरीर है जिस दे राहीं असी अपने मन नूं, अपने अंदरले आत्मे नूं प्रभु नाम दे विच रंग सकते हाँ। मैं बेनती करा, नाम दा रंग इस दे राहीं चाड़िया जा सकता है, होर कोई तरीका नहीं है। रांगण रांगों, फिर कहने सीवन सीवों, प्रभु दे नाम दी कहते सिउण सी रहा हाँ। क्योंकि प्रभु के नाम नाल मैं अपने हिरदे नूं जोड़ रहा हाँ, कट्ठा कर रहा हाँ। ये टुटिया पिया परमात्मा के नाम नालों, प्रभु की बंदगी नालों, शुभ कर्मां नालों। साडा अंदरली हालत ऐसी है कि बुरे काम को उठ खलोया, नाम की बेला पै पै सोया, नाम वास्ते ये सो जाता है। तुसी वेखो ना, कोई मनुख ऐसा नहीं जिसनों कि एक बारी अमृत वेले जाग नहीं आउंदी, क्योंकि साडी आत्मा मनुख नूं एक बारी जरूर कहती है कि ये भजन बंदगी का समा है, रब की इबादत का वास्ते जीवन मिलिਆ। सानू अंदरों आवाज़ आउंदी है, बंदे की जाग आ जाती है, पर फिर मनुख रजाई की बुक्कल लैके फिर सो जाता है गफलत की नींद दे, जिन्हों गुरबाणी कहती है कि तू इस संसार विच आके गफलत की नींद विच सो रहा है। अपने आप दे हिरदे नूं, जिहड़ा हिरदा परमात्मा नालों टुटा होया है, जिहड़ा ये पाटिया होया हिरदा है, इसनूं रब दे नाम नाल जोड़ना सी। भगत कबीर साहब कहते मैं इस कपड़े नूं रंग रहा हाँ, नाल इस हिरदे विच इस कपड़े नूं सिउ रहा हाँ। रंग के सिउ के तां किते पैण जोगा हुंदा है। कोई भी कपड़ा है वो जितना मर्जी कीमती होवे, जिन्ना चिर उस कपड़े नूं आपां माप के माप लैके उन्होंने कैची नाल कट के दोबारा सी के तैयार नहीं करते, उन्ना चिर वो जितना मर्जी कीमती कपड़ा होवे पान जोगा नहीं हुंदा। उसनूं इस क्रिया विचों लंघना ही पैंदा है, उसनूं आपा भाव वारना ही पैंदा है। कोई आखे भी कपड़े नूं कट्टी ना, ये तो कई हज़ार रुपये मीटर कपड़ा है, और दर्जी कोल तुसीं जाओ वो आखेगा मेरी मजबूरी है, मैनूं ये वड्डना पैना।
ਜੇ ਇਸ ਨੂੰ ਤੁਹਾਡੇ ਪਾਣ ਜੋਗਾ ਕਰਨਾ ਹੈ ਨਾ, ਤੇ ਪਹਿਲਾਂ ਵੱਢ ਕੇ ਫਿਰ ਇਹਨੂੰ ਮੈਂ ਸੀਵਾਂਗਾ ਤਾਂ ਤੁਹਾਡੇ ਪਾਣ ਜੋਗੇ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਇਸ ਤਰ੍ਹਾਂ ਹੀ ਕਬੀਰ ਸਾਹਿਬ ਕਹਿੰਦੇ ਇਹ ਸਰੀਰ ਮਿੱਟੀ ਵਿੱਚ, ਜਿਹੜੀ ਮਿੱਟੀ ਹੈ ਸਰੀਰ ਰੂਪੀ, ਇਸ ਮਟਕੀ ਦੇ ਵਿੱਚ ਕਹਿੰਦੇ ਮੈਂ ਆਪਣੇ ਆਪ ਨੂੰ ਨਾਮ ਨਾਲ ਰੰਗ ਰਿਹਾ, ਆਪਣੇ ਆਪ ਨੂੰ ਰੰਗਣਾ ਹੈ। ਸਾਡੀ ਬਿਰਤੀ ਹੈ ਇਹ ਰੰਗਿਆ ਜਾਏ, ਇਹ ਰੰਗਿਆ ਜਾਏ। ਅਸੀਂ ਜਦੋਂ ਇਹ ਗੱਲ ਚੱਲਦੀ ਨਾ ਤਾਂ ਮਨ ਵਿੱਚ ਖਿਆਲ ਆਉਂਦੀ ਹੈ, ਕਾਸ਼ ਮੇਰਾ ਪਤੀ ਰੰਗਿਆ ਜਾਏ। ਪਤਨੀ ਸੋਚਦੀ ਹੈ, ਪਤੀ ਸੋਚਦਾ ਮੇਰੀ ਪਤਨੀ ਦਾ ਹਿਰਦਾ ਰੰਗਿਆ ਜਾਏ। ਅਸੀਂ ਦੇਖਦੇ ਹਾਂ ਕਿ ਮਾਤਾ ਪਿਤਾ ਸੋਚਦੇ ਸਾਡੇ ਬੱਚਿਆਂ ਦਾ ਹਿਰਦਾ ਰੰਗਿਆ ਜਾਏ, ਬੱਚੇ ਸੋਚਦੇ ਮਾਤਾ ਪਿਤਾ ਦਾ ਰੰਗਿਆ ਜਾਏ। ਅਸੀਂ ਆਪਣੇ ਆਪ ਦੇ ਰੰਗਣ ਦੀ ਗੱਲ ਨਹੀਂ ਕਰਦੇ, ਆਪਣੇ ਆਪ ਨੂੰ ਪਾਸੇ ਰੱਖ ਲੈਂਦੇ ਹਾਂ। ਆਪਣੇ ਆਪ ਨੂੰ ਬਚਾਉਣ ਦਾ ਅਸੀਂ ਯਤਨ ਕਰਦੇ ਵੀ ਸਾਡੀ ਕੋਈ ਗੱਲ ਨਾ ਕਰੇ, ਅਸੀਂ ਜਿੱਦਾਂ ਦੇ ਹਾਂ ਉੱਦਾਂ ਦੇ ਹੀ ਰਹੀਏ। ਗੁਰਬਾਣੀ ਕਹਿੰਦੀ ਤੂੰ ਜਿੱਦਾਂ ਦਾ ਉੱਦਾਂ ਦਾ ਪ੍ਰਵਾਨ ਨਹੀਂ ਹੈ। ਮੈਂ ਕਈ ਵਾਰੀ ਬੇਨਤੀ ਕਰਦਾ, ਅਧੂਰੀਆਂ ਚੀਜ਼ਾਂ ਕਦੀ ਵੀ ਕਾਬਿਲ ਕਬੂਲ ਨਹੀਂ ਹੁੰਦੀਆਂ। ਅਧੂਰਾ ਮਕਾਨ, ਅਧੂਰੇ ਕੱਪੜੇ, ਕੱਚਾ ਫਲ, ਕੱਚੀ ਰੋਟੀ, ਹੋਰ ਵੀ ਜਿੰਨੀ ਚੀਜ਼ਾਂ ਅਧੂਰੀਆਂ, ਅਧੂਰੀ ਕਵਿਤਾ ਹੋਵੇ, ਅਧੂਰੀ ਸੰਗੀਤ ਦੀ ਧੁਨ ਹੋਵੇ, ਸਾਨੂੰ ਚੰਗੀ ਨਹੀਂ ਲੱਗਦੀ। ਹਰ ਇੱਕ ਚੀਜ਼ ਸਾਨੂੰ ਪੂਰੀ ਚੰਗੀ ਲੱਗਦੀ ਹੈ। ਹਰ ਇੱਕ ਚੀਜ਼ ਬੰਦਾ ਪੂਰੀ ਮੰਗਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਸੰਸਾਰ ਦੀ ਚੀਜ਼ਾਂ ਨੂੰ ਪੂਰੀਆਂ ਕਰਦਿਆਂ ਮਕਾਨ ਪੂਰਾ ਕਰਦੇ ਹਾਂ, ਦੁਕਾਨ ਪੂਰੀ ਕਰਦੇ ਹਾਂ, ਆਪਣੇ ਸਰੀਰ ਦੇ ਕੱਪੜੇ ਪੂਰੇ ਕਰਦੇ ਹਾਂ, ਆਪਣਾ ਆਪ ਅਧੂਰਾ ਹੀ ਰਹਿ ਜਾਂਦਾ ਹੈ। ਆਪਣੇ ਆਪ ਨੂੰ ਅਸੀਂ ਪੂਰਾ ਨਹੀਂ ਕਰ ਪਾਉਂਦੇ। ਕਦੀ ਸੋਚਿਆ ਵੀ ਤੁਹਾਨੂੰ ਅਧੂਰੀ ਚੀਜ਼ ਪ੍ਰਵਾਨ ਨਹੀਂ ਤੇ ਕੀ ਗੁਰੂ ਮਹਾਰਾਜ ਨੂੰ ਅਧੂਰਾ ਸਿੱਖ ਪ੍ਰਵਾਨ ਹੈ? ਸਾਡੀ ਜ਼ਿੰਦਗੀ ਅਧੂਰੀ ਰਹਿ ਗਈ, ਸਾਡਾ ਜੀਵਨ ਅਧੂਰਾ ਰਹਿ ਗਿਆ ਕਿ ਗੁਰੂ ਸਾਹਿਬ ਨੇ ਪ੍ਰਵਾਨ ਕਰਨਾ, ਕਿ ਰੱਬ ਜੀ ਨੇ ਸਾਨੂੰ ਅਧੂਰਿਆਂ ਨੂੰ ਪ੍ਰਵਾਨ ਕਰ ਲੈਣਾ। ਜੇ ਸਾਨੂੰ ਸਾਰੀਆਂ ਚੀਜ਼ਾਂ ਪੂਰੀਆਂ ਪ੍ਰਵਾਨ ਨੇ ਤਾਂ ਮੈਂ ਬੇਨਤੀ ਕਰਾਂ ਰੱਬ ਨੇ ਵੀ ਪੂਰੇ ਨੂੰ ਹੀ ਪ੍ਰਵਾਨ ਕਰਨਾ ਹੈ। ਇਸ ਕਰਕੇ ਆਪਣੇ ਵਾਸਤੇ ਹਰ ਇੱਕ ਪੂਰੀ ਚੀਜ਼ ਤੁਸੀਂ ਵੇਖਦੇ ਹੋ, ਪੂਰੇ ਨਾਪ ਦਾ ਕੱਪੜਾ ਅਸੀਂ ਵੇਖਦੇ ਹਾਂ ਵੀ ਸਾਡੇ ਸਰੀਰ 'ਤੇ ਸੋਹਣਾ ਲੱਗੇ, ਪੂਰਾ ਹੋਵੇ। ਸਾਨੂੰ ਵੀ ਗੁਰੂ ਨੇ, ਰੱਬ ਨੇ ਅਧੂਰਿਆਂ ਪ੍ਰਵਾਨ ਨਹੀਂ ਕਰਨਾ। ਅਸੀਂ ਵੀ ਉਸਦੇ ਘਰ ਵਿੱਚ ਤਾਂ ਪ੍ਰਵਾਨ ਹੋਵਾਂਗੇ ਜਦੋਂ ਪੂਰੇ ਹੋ ਜਾਵਾਂਗੇ। ਡੱਲੇ ਨੇ ਇੱਕ ਗੱਲ ਆਖੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਮਦਮਾ ਸਾਹਿਬ ਦੀ ਧਰਤੀ 'ਤੇ। ਮਹਾਰਾਜ ਨੂੰ ਆਖਣ ਲੱਗਾ ਵੀ ਮਹਾਰਾਜ ਮੈਂ ਤੁਹਾਡੀ ਸੇਵਾ ਕੀਤੀ ਹੈ। ਗੁਰੂ ਮਹਾਰਾਜ ਕਹਿੰਦੇ ਹਾਂ ਬਿਲਕੁਲ ਕੀਤੀ ਹੈ, ਤੂੰ ਸਾਡੀ ਸੇਵਾ ਕੀਤੀ ਹੈ, ਸਾਨੂੰ ਆਪਣੇ ਇੱਥੇ ਰੱਖਿਆ ਔਰ ਸਾਡੀ ਸੇਵਾ ਵੀ ਬਹੁਤ ਕੀਤੀ ਹੈ। ਅਤੇ ਇੱਕ ਗੱਲ ਕਹੀ ਸੀ ਮਹਾਰਾਜ ਨੂੰ, ਕਹਿੰਦੇ ਆਪਣੇ ਚਰਨਾਂ ਵਿੱਚ ਕਹਿੰਦੇ ਨੇ ਪੀੜੀ ਜਿੰਨੀ ਥਾਂ ਦੇ ਦੇਣਾ ਮੈਨੂੰ। ਗੱਲ ਬੜੀ ਸਮਝਣ ਵਾਲੀ ਅਤੇ ਵਿਚਾਰਨ ਵਾਲੀ ਹੈ। ਗੁਰੂ ਸਾਹਿਬ ਜੀ ਨੇ ਆਖਿਆ ਡੱਲਿਆ ਤੂੰ ਸਾਨੂੰ ਰਹਿਣ ਜੋਗੀ ਥਾਂ ਦਿੱਤੀ, ਖਾਣ ਵਾਸਤੇ ਭੋਜਨ ਦਿੱਤਾ, ਸਾਡੀ ਰਾਖੀ ਵਾਸਤੇ ਆਪਣੀਆਂ ਫੌਜਾਂ ਤਿਆਰ ਪਰ ਤਿਆਰ ਰੱਖੀਆਂ। ਤੂੰ ਦੁਨਿਆਵੀ ਸੇਵਾ ਕੀਤੀ ਹੈ, ਦੁਨਿਆਵੀ ਸੇਵਾ ਕੀਤੀ ਹੈ। ਦੁਨਿਆਵੀ ਕੋਈ ਚੀਜ਼ ਮੰਗਣੀ ਹੈ ਤਾਂ ਮੰਗ ਲੈ, ਜਿਹੜੀ ਗੱਲ ਤੂੰ ਮੰਗ ਰਿਹਾ ਇਹ ਇਸ ਤਰ੍ਹਾਂ ਪ੍ਰਾਪਤ ਨਹੀਂ ਹੋਣੀ। ਤੂੰ ਕਹਿੰਦਾ ਵੀ ਪੀੜੀ ਜਿੰਨੀ ਥਾਂ ਤੁਹਾਡੇ ਚਰਨਾਂ 'ਚ ਮਿਲ ਜਾਏ, ਇਹ ਦੁਨਿਆਵੀ ਸੇਵਾ ਕਰਕੇ ਇਹ ਦਾਤ ਨਹੀਂ ਮਿਲ ਸਕਦੀ। ਅਤੇ ਡੱਲੇ ਨੇ ਪੁੱਛਿਆ ਸੀ ਮਹਾਰਾਜ ਫਿਰ ਇਹ ਦਾਤ ਕਿਹਨਾਂ ਨੂੰ ਮਿਲਦੀ ਹੈ, ਤੁਹਾਡੇ ਚਰਨਾਂ 'ਚ ਥਾਂ ਕਿਹਨੂੰ ਮਿਲਦੀ ਹੈ? ਕਹਿੰਦੇ ਸਾਡੇ ਚਰਨਾਂ 'ਚ ਉਹਨਾਂ ਨੂੰ ਮਿਲਦੀ ਜਿਹੜੇ ਪੂਰੇ ਹੋ ਜਾਂਦੇ ਨੇ। ਉਚਾਰਨ ਕਰੋ ਸਤਿਨਾਮ। ਮਹਾਰਾਜ ਪੂਰਾ ਕਿਵੇਂ ਹੋਇਆ ਜਾ ਸਕਦਾ? ਕਹਿੰਦੇ ਅੰਮ੍ਰਿਤ ਛਕ, ਸਿੰਘ ਸੱਜ, ਗੁਰੂ ਕਾ ਸੇਵਕ ਬਣ, ਫਿਰ ਤੈਨੂੰ ਕਿਤੇ ਥਾਂ ਮਿਲੇਗੀ ਗੁਰੂ ਚਰਨਾਂ 'ਚ। ਉਸ ਤੋਂ ਬਿਨਾਂ ਤੈਨੂੰ ਗੁਰੂ ਚਰਨਾਂ 'ਚ ਥਾਂ ਨਹੀਂ ਮਿਲ ਸਕਦੀ। ਔਰ ਫਿਰ ਡੱਲੇ ਨੇ ਜਦੋਂ ਮਹਾਰਾਜ ਦਮਦਮਾ ਸਾਹਿਬ ਛੱਡਣ ਲੱਗੇ ਨੇ, ਗੁਰੂ ਸਾਹਿਬ ਜੀ ਕੋਲੋਂ ਅੰਮ੍ਰਿਤ ਦੀ ਦਾਤ ਲਈ, ਪੂਰਾ ਹੋਇਆ ਅਤੇ ਜੀਵਨ ਵਿੱਚੋਂ ਸਾਰੀਆਂ ਭ੍ਰਾਂਤੀਆਂ ਪਾਸੇ ਕਰਕੇ ਗੁਰੂ ਕੀ ਸਿੱਖੀ ਦੀ ਕਮਾਈ ਕੀਤੀ। ਮਹਾਰਾਜ ਕਹਿੰਦੇ ਹੁਣ ਪੀੜੀ ਜਿੰਨੀ ਨਹੀਂ, ਸਾਰੀ ਥਾਂ ਹੀ ਤੇਰੀ ਬਣ ਗਈ ਹੈ ਗੁਰੂ ਚਰਨਾਂ ਦੇ ਵਿੱਚ। ਉਦੋਂ ਜਦੋਂ ਅਸੀਂ ਗੁਰੂ ਸਾਹਿਬ ਦੇ ਹੁਕਮ ਵਿੱਚ ਆ ਜਾਵਾਂਗੇ, ਗੁਰੂ ਦੇ ਮੁਤਾਬਿਕ ਆਪਣੇ ਜੀਵਨ ਨੂੰ ਢਾਲ ਲਵਾਂਗੇ। ਠੀਕ ਹੈ, ਤੁਹਾਡੀਆਂ ਸੇਵਾਵਾਂ ਮੁਬਾਰਕ ਨੇ, ਤੁਸੀਂ ਸੰਸਾਰ ਦੀ ਬਹੁਤ ਸਾਰੀਆਂ ਸੇਵਾਵਾਂ ਕਰਦੇ ਹੋ। ਡੱਲੇ ਨੂੰ ਵੀ ਇਹ ਕਿਹਾ ਸੀ ਦੁਨਿਆਵੀ ਦਾਤ ਮੰਗਣੀ ਮੰਗ ਲੈ, ਕੋਈ ਪੁੱਤ ਧੀ ਕੋਈ ਹੋਰ ਦਾਤ ਚਾਹੀਦੀ ਹੈ, ਗੁਰੂ ਦੇ ਚਰਨਾਂ 'ਚ ਕੋਈ ਕਮੀ ਨਹੀਂ, ਜੋ ਮੰਗੇਗਾ ਤੈਨੂੰ ਪ੍ਰਾਪਤ ਹੋ ਜਾਣੀ ਹੈ। ਮਹਾਰਾਜ ਬਾਕੀ ਚੀਜ਼ਾਂ ਤਾਂ ਸਭ ਆਪ ਦੀਆਂ ਦਿੱਤੀਆਂ ਹੋਈਆਂ ਨੇ,
ਤੇ ਮੈਨੂੰ ਸਿਰਫ ਪੀੜੀ ਜਿੰਨੀ ਥਾਂ ਚਾਹੀਦੀ। ਮਹਾਰਾਜ ਕਹਿੰਦੇ ਸਾਰੀਆਂ ਦਿੱਤੀਆਂ ਹੋਈਆਂ ਹਨ, ਤੇ ਜੇ ਤੂੰ ਇਹ ਚਾਹੁੰਦਾ ਤੇ ਇਹ ਦਾਤ ਇੱਦਾਂ ਨਹੀਂ ਮਿਲਦੀ। ਇਹ ਦਾਤ ਮਿਲੇਗੀ ਆਪਣੇ ਆਪ ਨੂੰ ਰੰਗ ਕੇ, ਜਿਹੜੀ ਗੱਲ ਭਗਤ ਨਾਮਦੇਵ ਜੀ ਕਹਿ ਰਹੇ ਨੇ, ਰਾਂਗਣ ਰਾਂਗੋ ਸੀਵਨ ਸੀਵੋ। ਫਿਰ ਕਹਿਣ ਲੱਗੇ ਰਾਮ ਨਾਮ ਬਿਨ ਘੜੀ ਨਾ ਜੀਵੋ। ਆਖਣ ਲੱਗੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਘੜੀ ਵੀ ਪਰ ਵੀ ਜਿਉ ਨਹੀਂ ਸਕਦਾ, ਆਤਮਿਕ ਜੀਵਨ ਜੀ ਨਹੀਂ ਸਕਦਾ। उसका नाम साढ़े कोल है तो आत्मिक जीवन है। जे नाम साढ़े कोल नहीं प्यारे तो असी आत्मिक तौर तो मरे हुए हाँ। उस जीवन को गुरु साहब ने प्रवान नहीं किया। इत्थे तो सो जीवया जिस मन वसया सोए, नानक अवर न जीवे कोई। जे जीवै पत लथी जाए स हराम, जेता किस जाए नहीं प्रवान। इत्थे नाम तो बिना जीवन नहीं। इत्थे तो आखण महाराज रोज़ तुसीं पढ़ते हो, आखां जीवां विसरै मर जाओ। आखदा हाँ तो आत्मिक जीवन जिउंदा हाँ। जे विसर जांदा है उसका नाम तो आत्मिक मौत है। भगत जी कहते ने, हे प्रभु तेरे नाम तो बिना मैं जो जिउंदा नहीं रह सकता। और एक घड़ी भी इत्थे तक बाणी लिखिया, कहते एक घड़ी ना मिलते तो कलयुग होता। सिक्खी विच एक घड़ी का विछोड़ा भी कितना बड़ा विछोड़ा मन्निया गया। इस करके तो गुरबाणी ने प्रेरणा की, दम दम सदा संभालदा दम ना बिरथा जाए। तेरा एक भी श्वास व्यर्थ नहीं जाना चाहिए। तो श्वास श्वास उसनूं याद कर। साथ साथ सिमरो गोबिंद, मन अंतर की उतरै चिंद। श्वास श्वास चेते कर रब नूं, एक भी दम तेरा व्यर्थ नहीं जाना चाहिए। भगत जी कहते ने, परमात्मा दे नाम तो राम, राम नाम बिन, राम दे नाम तो बिना घड़ी ना जीवो। मैं एक घड़ी पर भी जिउंदा नहीं रह सकता, जिउ नहीं सकता। क्योंकि नाम भुल गया, शरीर तो जिएगा पर आत्मिक जीवन नहीं रहेगा। जे नाम चेते नहीं, शरीर करके तो जी रहे हैं पर आत्मिक पक्षों मरे हुए हैं। इस करके 10वें पातशाह ने एक चीज़ सानू बड़ी प्यारी दी। एक दिन सिखा ने पूछा, महाराज एक गल दसो, तुसी ये जंगा क्यों कर रहे हो, थानू की लोड़ है। गुरु तेग बहादुर महाराज ने दूजियां वास्ते कुर्बानी कर दी। सिखा ने इदां कहा, उन्होंने की लोड़ सी, उन्होंने धर्म नूं ते कोई खतरा नहीं सी। महाराज कहने गल ये नहीं, दुनिया जंगा लड़ती है जर जोरू ते जमीन वास्ते। संसार की जितनियां जंगा हुई ये तीन ही कारण रहे। तो महाराज थोड़ी जंग किस वास्ते? ना कोई जर की गल है, ना जोरू की गल है, ना जमीन की गल है। तुसी फिर जंगा क्यों कर रहे हो? ना तुसी किसी की जमीन जिहड़ी है वो नप्पी है, ना कोई जर दा चक्कर है, ना कोई जोरू इस्त्री की कोई गल है। तुसी कहते हो कि दुनिया की लड़ाइयाँ तिन्ना कारणा करके सारा संसार कहता है, ग्रंथ कहते हैं, तुसी लड़ाई केड़ी लड़ रहे हो? फिर ये जंग क्यों? जे तिन्ना कारण नहीं जंग दे तो होर कारण की है? महाराज कहते साडी लड़ाई जमीर दी है। एक बार उच्चारण करो, सतनाम। साडी ना जर दी लड़ाई है, ना जमीन दी है, ना जोरू दी है। साडी लड़ाई केवल जमीर दी है। जिन्हां लोगों का जमीर मर चुके हैं, असी इन्हां दे वास्ते लड़ रहे हैं बस। साडी होर कोई लड़ाई नहीं। असी लोगों को जमीर देना चाहते हैं। आत्मिक मौत होई पई है लोगों की, आत्मिक तौर तो मरे पे ने, सहमे हुए ने, डरे हुए ने। इन्हां नूं निडर बनाना है। देखो पिछे तुसी पढ़ के आए, कबीर साहब ने एक बड़ा प्यारा वचन किया, मन ना डरै तन काहे को डराए। जे साडा मन नहीं डरदा ना तो साडे तन नूं कोई नहीं डरा सकता। इसका अर्थ है तन जदों भी डरदा है उस तो पहला मन डरदा है। मन डर जाता है। मन डरदा क्यों है? असी जदों अपना जमीर मार लेंदे ना, उहदे पिछे कारण है साडे मन का डर जाना। मन डरदा क्यों है? असी इत्थे लोभ लालच विच फस जाते हाँ। बच्चे ने, परिवार है, ये चीज़ां ने, असी बहुत सारिया चीज़ां फिर देखते हाँ। फिर कई बारी इन्हां सारिया चीज़ां करके संसार की इस माया मोह दे करके हौली हौली अपने जमीर नूं मार लैंदे हाँ। साडा जमीर मर जाता है।
ਗੁਰਬਾਣੀ ਨੇ ਇਸ ਪੱਖੋਂ ਸਾਨੂੰ ਜਾਗਰੂਕ ਕੀਤਾ। ਇਸ ਕਰਕੇ ਭਗਤ ਜੀ ਕਹਿੰਦੇ ਮੈਂ ਇੱਕ ਘੜੀ ਵਿੱਚ ਵੀ ਜਿਉਂਦਾ ਨਹੀਂ ਰਹਿ ਸਕਦਾ। ਫਿਰ ਇਹ ਜੀਵਨ ਕਿਵੇਂ ਬਣਿਆ ਰਹੇ, ਜਿਹੜਾ ਆਤਮਿਕ ਜੀਵਨ ਹੈ, ਜਿਹੜੀ ਜ਼ਮੀਰ ਦੀ ਲੜਾਈ ਹੈ, ਔਰ ਸਾਨੂੰ ਇਹ ਜ਼ਮੀਰ ਦੀ ਲੜਾਈ ਹਰ ਰੋਜ਼ ਲੜਨੀ ਚਾਹੀਦੀ ਔਰ ਆਪਣੇ ਨਾਲ ਲੜਨੀ ਚਾਹੀਦੀ, ਕਿਸੇ ਹੋਰ ਨਾਲ ਨਹੀਂ, ਕਿਸੇ ਗੁਆਂਢੀ ਨਾਲ ਨਹੀਂ, ਕਿਸੇ ਪਰਿਵਾਰ ਦੇ ਸੱਜਣ ਨਾਲ ਨਹੀਂ, ਆਪਣੇ ਆਪ ਦੇ ਨਾਲ ਹਰ ਰੋਜ਼ ਵਿਚਾਰ ਕਰਨੀ ਚਾਹੀਦੀ ਵੀ ਇਸ ਗੱਲ ਨੂੰ ਮੇਰਾ ਜ਼ਮੀਰ ਗਵਾਹੀ ਦੇ ਰਿਹਾ, ਜਿਹੜਾ ਕੰਮ ਮੈਂ ਕਰਨ ਲੱਗਿਆ, ਜਿਹੜੀ ਠੱਗੀ ਮਾਰਨ ਲੱਗਿਆ, ਕਿ ਮੇਰਾ ਜ਼ਮੀਰ ਮੰਨਦਾ। ਜੇ ਨਹੀਂ ਮੰਨਦਾ ਤਾਂ ਸਮਝ ਲਓ ਕਿ ਉਸ ਵੇਲੇ ਸੁਚੇਤ ਹੋਣਾ ਚਾਹੀਦਾ। ਜੇ ਗੁਰਬਾਣੀ ਨੇ ਆਖਿਆ ਨਾ, ਇਹ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਕੈ ਜਾਕਾ ਸਤਿਗੁਰ ਪੂਰਾ। ਆਤਮ ਜਿਣੈ ਆਪਣਾ ਆਪ ਜਿਤਨਾ, ਆਪਣੇ ਜ਼ਮੀਨ ਨੂੰ ਜਿਤਨਾ। ਚਾਰ ਬਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਕੌਣ ਬਲੀ ਹੈ ਐਸਾ? ਜੰਗ ਇੱਥੇ ਹੋਣੀ ਹੈ। ਇਹ ਪੰਜ ਬਲੀ ਨੇ, ਇੱਕ ਪਾਸੇ ਸਾਡੀ ਆਤਮਾ ਹੈ, ਸਾਡਾ ਜ਼ਮੀਰ ਹੈ। ਪੰਜ ਇਹ ਰਲ ਕੇ ਸਾਡੇ ਜ਼ਮੀਰ ਨੂੰ ਮਾਰਨਾ ਚਾਹੁੰਦੇ ਨੇ ਔਰ ਹਰ ਰੋਜ਼ ਸਾਡੇ ਅੰਦਰ ਫਾਈਟ ਹੁੰਦੀ ਹੈ। ਮਹਾਰਾਜ ਕਹਿੰਦੇ ਅਵਰ ਪੰਚ ਹਮ ਏਕ ਜਨਾ, ਕਿਉ ਰਾਖੈ ਕਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕਿਹਦੇ ਅੱਗੇ ਪੁਕਾਰ ਕਰੇਗਾ? ਤੇ ਮਹਾਰਾਜ ਨੇ ਤਰੀਕਾ ਦੱਸ ਦਿੱਤਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮਦਲ ਵਿਖਮ ਕਣਾ। ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ। ਉਹੀ ਗੱਲ ਅੱਗੇ ਭਗਤ ਨਾਮਦੇਵ ਜੀ ਕਹਿ ਰਹੇ ਨੇ, ਭਗਤ ਕਰੂੰ ਹਰ ਕੇ ਗੁਣ ਗਾਵੂੰ, ਆਠ ਪਹਿਰ ਆਪਣਾ ਖਸਮ ਧਿਆਵੂੰ। ਆਖਣ ਲੱਗੇ ਭਗਤ ਜੀ, ਕਹਿੰਦੇ ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ। ਆਠ ਪਹਿਰ ਆਪਣਾ ਖਸਮ ਧਿਆਵੂੰ, ਅੱਠੇ ਪੈਰ ਆਪਣੇ ਖਸਮ ਪ੍ਰਭੂ ਨੂੰ ਮੈਂ ਯਾਦ ਕਰ ਰਿਹਾ ਹਾਂ। ਧਿਆਵੂੰ ਦਾ ਅਰਥ ਧਿਆਉਂਦਾ ਹਾਂ, ਯਾਦ ਕਰਦਾ ਹਾਂ। ਅੱਠੇ ਪੈਰ। ਔਰ ਇੱਥੇ ਜਿਹੜੇ ਪੰਕਤੀਆਂ ਦੇ ਵਿੱਚ ਆਪਾਂ ਜਦੋਂ ਉਚਾਰਨ ਕਰਾਂਗੇ, ਭਗਤ ਕਰੂੰ ਮੈਂ ਕਰਦਾ ਹਾਂ, ਹਰ ਕੇ ਗੁਣ ਗਾਵੂੰ। ਤੁਸੀਂ ਗਾਵੋ ਨਹੀਂ, ਆਪਣੇ ਆਪ ਲਈ ਕਹਿਣਾ। ਤੁਸੀਂ ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹੋ, ਸਿਮਰੂੰ ਸਿਮਰ ਸਿਮਰ ਸੁਖ ਪਾਵੂੰ। ਅਸੀਂ ਪੜ੍ਹਦੇ ਸਿਮਰੋ ਸਿਮਰ ਸਿਮਰ, ਤੁਸੀਂ ਸਿਮਰੋ ਤੁਸੀਂ ਸੁਖ ਪਾਵੋ। ਨਹੀਂ, ਅਸੀਂ ਆਪ ਸਿਮਰਨਾ, ਆਪ ਸੁਖ ਪ੍ਰਾਪਤ ਕਰਨਾ। ਸਿਮਰੂੰ ਮੈਂ ਸਿਮਰਦਾ ਹਾਂ, ਸਿਮਰ ਸਿਮਰ ਸੁਖ ਪਾਵੂੰ ਮੈਂ ਪਾਉਂਦਾ ਹਾਂ, ਕਲ ਕਲੇਸ਼ ਤਨ ਮਾਹੇ ਮਿਟਾਵੂੰ। ਕਲ ਕਲੇਸ਼ ਮੈਂ ਜੀਵਨ ਤੋਂ ਮਿਟਾਉਂਦਾ ਹਾਂ। ਇਹ ਨਹੀਂ ਵੀ ਤੁਸੀਂ ਸਿਮਰੋ ਤੁਸੀਂ ਸੁਖ ਪਾਵੋ, ਤੁਸੀਂ ਕਲੇਸ਼ ਮਿਟਾਵੋ। ਨਹੀਂ, ਆਪਣੇ ਜੀਵਨ 'ਚੋਂ ਮਿਟਾਉਣਾ ਹੈ। ਅਸੀਂ ਜਦੋਂ ਬਾਣੀ ਪੜ੍ਹਦੇ ਨਾ, ਤੇ ਉਸ ਵੇਲੇ ਬਾਣੀ ਵਿੱਚ ਸਾਡਾ ਧਿਆਨ ਕਿਉਂ ਨਹੀਂ ਜੁੜਦਾ? ਕਿਉਂਕਿ ਅਸੀਂ ਉਸ ਬਾਣੀ ਨਾਲ ਹੈ ਹੀ ਨਹੀਂ। ਅਸੀਂ ਬਾਣੀ ਸਮਝਦੇ ਵੀ ਤੁਸੀਂ ਸਿਮਰੋ, ਤੁਸੀਂ ਸਿਮਰ ਕੇ ਸੁਖ ਪਾਵੋ, ਤੁਸੀਂ ਆਪਣੇ ਕਲੇਸ਼ ਮਿਟਾਵੋ। ਅਸੀਂ ਉਸ ਦੇ ਵਿੱਚ ਤਾਂ ਇਨਵੋਲ ਹੋਏ ਨਹੀਂ ਹਾਂ। ਮਨ ਕਿੱਥੇ ਜੁੜੇਗਾ? ਮਨ ਉੱਥੇ ਜੁੜਿਆ ਜਿੱਥੇ ਮਨ ਨਾਲ ਚੱਲ ਰਿਹਾ, ਮਨ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਕਈ ਵਾਰੀ ਮੈਂ ਇਹ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ। ਅਸੀਂ ਰੋਜ਼ ਆਨੰਦ ਸਾਹਿਬ 'ਚ ਦੂਜੀ ਪੌੜੀ ਪੜ੍ਹਦੇ ਨਾ, ਮਹਾਰਾਜ ਕਹਿੰਦੇ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਮਨ ਨੂੰ ਨਾਲ ਲੈ ਕੇ ਚੱਲਣਾ ਹੈ ਕਿ ਇਹ ਮਨਾ ਹਰੀ ਦੇ ਨਾਲ ਰਹਿ। ਜਦੋਂ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਾਂਗੇ, ਆਪਣੇ ਮਨ ਨੂੰ ਸੰਬੋਧਨ ਕਰਕੇ ਕਹਾਂਗੇ ਵੀ ਹੇ ਮਨਾ ਮੇਰੇ ਫੁਰਨਿਓ, ਮੇਰੇ ਅੰਦਰ ਦੀ ਆਵਾਜ਼, ਮੇਰੇ ਅੰਦਰ ਦੀ ਹਲਚਲ ਜੋ ਚੱਲ ਰਹੀ ਹੈ, ਜੋ ਮੇਰੇ ਫੁਰਨੇ ਬਣ ਰਹੇ ਨੇ, ਆਦਾਨ ਪ੍ਰਦਾਨ ਹੋ ਰਿਹਾ ਹੈ, ਉਹਨਾਂ ਨੂੰ ਇਕੱਠੇ ਕਰਕੇ, ਉਹਨਾਂ ਨੂੰ ਸੰਕੇਤ ਕਰਕੇ, ਸੰਬੋਧਨ ਕਰਕੇ ਕਹਿਣਾ ਹੈ ਆ ਮਨਾ ਹਰੀ ਪਰਮਾਤਮਾ ਦੇ ਨਾਲ ਰਹਿ। ਮਨ ਪੁੱਛੇਗਾ ਉੱਥੇ ਕੀ ਮਿਲਦਾ? ਇੱਥੇ ਤਾਂ ਬੜੀ ਮਸਤੀ ਹੈ, ਗੱਲਾਂ ਕਰਕੇ ਵੇਖਣਾ ਕਦੀ। ਮਨ ਕਹਿੰਦਾ ਇੱਥੇ ਤਾਂ ਦੇਖ ਰੂਪ ਰੰਗ ਦੁਨੀਆ ਵਿੱਚ ਚੀਜ਼ਾਂ ਨੇ, TV ਚੱਲਦਾ ਪਿਆ, ਬੜੇ ਭਾਤ ਭਾਤ ਦੀਆਂ ਚੀਜ਼ਾਂ ਨੇ, ਉੱਥੇ ਕੀ ਮਿਲਣਾ ਹਰੀ ਦੇ ਨਾਲ? ਗੁਰੂ ਸਾਹਿਬ ਕਹਿੰਦੇ ਮੈਂ ਦੱਸਾਂ ਕੀ ਮਿਲਣਾ ਤੈਨੂੰ? ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਜੇ ਤੂੰ ਹਰੀ ਦੇ ਨਾਲ ਆ ਗਿਆ ਤਾਂ। ਕਲਪਦਾ ਫਿਰਦਾ ਨਾ
ਗੱਲ ਤਾਂ ਇਹੀ ਹੈ ਨਾ ਵੀ ਜੀਵਨ 'ਚੋਂ ਦੁੱਖ ਮੁੱਕੇ ਅਤੇ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਸਾਰੀ ਖੇਡ ਤਾਂ ਸੁੱਖਾਂ ਵਾਸਤੇ ਹੀ ਚੱਲਦੀ ਨਾ, ਸਾਰੀ ਦੌੜ ਤਾਂ ਸੁੱਖਾਂ ਵਾਸਤੇ ਹੀ ਹੈ ਨਾ ਜੀਵਨ ਦੀ। ਭਗਤ ਜੀ ਕਹਿੰਦੇ ਮੈਂ ਭਗਤੀ ਕਰਦਾ ਹਾਂ, ਹਰੀ ਪਰਮਾਤਮਾ ਦੇ ਗੁਣ ਗਾ ਰਿਹਾ ਹਾਂ, ਅਤੇ 8 ਪਹਿਰ ਆਪਣਾ ਖਸਮ ਧਿਆਵੋਂ, 8 ਪਹਿਰ ਆਪਣੇ ਖਸਮ ਨੂੰ ਯਾਦ ਕਰ ਰਿਹਾ ਹਾਂ, 8 ਪਹਿਰ ਹਰ ਵੇਲੇ। ਫਿਰ ਕਹਿਣ ਲੱਗੇ ਸੋਏ ਨੇ ਕੀ ਸੋਈ ਰੂਪੇ ਕਾ ਧਾਗਾ। ਆਖਣ ਲੱਗੇ ਮੈਂ ਗੁਰੂ ਦਾ ਸ਼ਬਦ ਸੁਣਨੇ ਦੀ ਸੋਈ ਮੈਨੂੰ ਮਿਲ ਗਈ ਹੈ। ਗੁਰੂ ਦਾ ਸ਼ਬਦ ਕੀ ਹੈ? ਇਹ ਸੁਣਨੇ ਦੀ ਸੋਈ ਹੈ। ਸਾਡੇ ਹੱਥ ਵਿੱਚ ਸੋਨੇ ਦੀ ਸੋਈ ਹੋਵੇ, ਰੂਪਾ ਕਹਿੰਦੇ ਨੇ ਚਾਂਦੀ ਨੂੰ, ਚਾਂਦੀ ਦਾ ਧਾਗਾ ਹੋਵੇ। ਗੁਰੂ ਕਾ ਸ਼ਬਦ ਸਾਡੇ ਕੋਲ ਸੋਨੇ ਦੀ ਸੋਈ ਹੈ। ਅਸੀਂ ਆਪਣੇ ਹਿਰਦੇ ਰੂਪੀ ਕੱਪੜੇ ਨੂੰ ਸੀਵੀਏ, ਰੱਬ ਦੇ ਨਾਲ ਜੋੜੀਏ। ਪਾਓ ਕਿ ਗੁਰੂ ਦੇ ਸ਼ਬਦ ਰੂਪੀ ਸੋਈ ਜਦੋਂ ਮਿਲ ਗਈ, ਕਵੀ ਸਾਹਿਬ ਭਗਤ ਨਾਮਦੇਵ ਜੀ ਕਹਿੰਦੇ ਸੋਨੇ ਕੀ ਸੋਈ ਰੂਪੇ ਕਾ ਧਾਗਾ, ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੋਈ ਮਿਲ ਗਈ ਹੈ। ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਅਤੇ ਇਹ ਮਾਨੋ ਮੇਰੇ ਪਾਸ ਚਾਂਦੀ ਦਾ ਧਾਗਾ ਹੈ, ਮੇਰੇ ਕੋਲ ਚਾਂਦੀ ਦਾ ਧਾਗਾ ਹੈ। ਸੋਨੇ ਦੀ ਸੋਈ ਵਿੱਚ ਚਾਂਦੀ ਦਾ ਧਾਗਾ ਪਾਉਣਾ, ਪਾਓ ਕਿ ਸੁਰਤ ਸ਼ੁੱਧ ਕਰ ਲੈਣੀ। ਇਸ ਸੁਰਤ ਨੂੰ ਉਸ ਸ਼ਬਦ ਦੇ ਸੋਈ ਦੇ ਨੱਕੇ 'ਚ ਪਾ ਦੇਣਾ। ਜਿਵੇਂ ਆਪਾਂ ਸੋਈ ਦੇ ਨੱਕੇ ਵਿੱਚ ਧਾਗਾ ਪਾ ਕੇ ਸਿੰਧੇ ਆ ਨਾ, ਇਸ ਤਰ੍ਹਾਂ ਗੁਰੂ ਦੇ ਸ਼ਬਦ ਦੇ ਨੱਕੇ ਵਿੱਚ ਜਿਹੜੀ ਸੋਈ ਹੈ ਗੁਰੂ ਦੇ ਸ਼ਬਦ ਰੂਪੀ, ਉਹਦੇ ਵਿੱਚ ਆਪਣੀ ਸੁਰਤ ਰੂਪੀ ਇਸ ਧਾਗੇ ਨੂੰ ਪਾ ਕੇ ਆਪਣੇ ਹਿਰਦੇ ਨੂੰ ਪਰਮਾਤਮਾ ਦੀ ਯਾਦ ਵਿੱਚ ਜੋੜੀਏ, ਇਹਨੂੰ ਸਿਲੀਏ। ਜਿਹੜਾ ਪਾਟਿਆ ਪਿਆ, ਜਿਹੜਾ ਟੁੱਟਿਆ ਪਿਆ, ਜਿਹੜਾ ਪਾੜ ਚੁੱਕਿਆ। ਫਿਰ ਕਹਿਣ ਲੱਗੇ ਨਾਮੇ ਕਾ ਚਿੱਤ ਹਰਸ਼ੋਂ ਲੱਗਾ। ਕਹਿੰਦੇ ਇਹ ਸੋਈ ਧਾਗੇ ਨਾਲ ਮੈਂ ਨਾਮੇ ਦਾ ਚਿੱਤ ਕਹਿੰਦੇ ਪ੍ਰਭੂ ਦੇ ਨਾਲ ਸੀਤਾ ਗਿਆ ਹੈ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ, ਉਸ ਵਾਹਿਗੁਰੂ ਨਾਲ ਸਾਂਝ ਬਣ ਗਈ ਹੈ। ਗੁਰੂ ਕਿਰਪਾ ਕਰੇ ਕਿ ਕਿਤੇ ਇਸ ਸ਼ਬਦ ਦੇ ਰਾਹੀਂ ਜੋ ਵਿਚਾਰ ਬਖਸ਼ੇ ਨੇ ਭਗਤ ਜੀ ਨੇ ਸਾਡੇ ਜੀਵਨ ਦਾ ਆਧਾਰ ਬਣ ਜਾਣ, ਅਤੇ ਅਸੀਂ ਸੰਸਾਰ ਦੀਆਂ ਇਹਨਾਂ ਭ੍ਰਾਂਤੀਆਂ ਵਿੱਚੋਂ ਨਿਕਲ ਕੇ, ਜਿਵੇਂ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਇਹ ਕੰਮ ਤਾਂ ਜੀ ਨਾਮ ਜਪਣ ਦਾ ਗਿਆਨੀਆਂ ਦਾ ਹੈ, ਗੁਰਦੁਆਰੇ ਵਾਲਿਆਂ ਦਾ, ਸਾਡਾ ਕੰਮ ਥੋੜ੍ਹੀ ਹੈ। ਅਸੀਂ ਤਾਂ ਕਿਰਤ ਕਰਦੇ। ਇੱਥੇ ਤਾਂ 3 ਚੀਜ਼ਾਂ ਨਾਲ ਚੱਲਣੀਆਂ, ਕਿਰਤ ਕਰੋ, ਨਾਮ ਜਪੋ ਅਤੇ ਬਣ ਸਕੋ, ਤਾਂ ਸਿੱਖੀ ਵਿੱਚ ਪਰਪੱਕਤਾ ਆ ਸਕਦੀ ਹੈ। ਇਹ 3 ਚੀਜ਼ਾਂ ਹਰ ਇੱਕ ਸਿੱਖ ਦਾ ਫਰਜ਼ ਹੈ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਛੋਟਾ ਵੀ ਜਪ ਸਕਦਾ ਹੈ, ਜਵਾਨ ਵੀ ਜਪ ਸਕਦਾ ਹੈ, ਬਰਦ ਵੀ ਜਪ ਸਕਦਾ ਹੈ, ਔਰ ਸਾਰਿਆਂ ਨੂੰ ਜਪਣਾ ਵੀ ਚਾਹੀਦਾ ਹੈ। ਇਹ ਨਹੀਂ ਕਹਿਣਾ ਵੀ ਅਜੇ ਤਾਂ ਇਹ ਬੱਚਾ ਹੈ, ਫਿਰ ਕਹਿਣਾ ਵੀ ਅਜੇ ਤਾਂ ਮੇਰੇ ਦੁਨਿਆਵੀ ਕੰਮ ਕਰਨੇ ਹਨ। ਨਹੀਂ, ਸਿੱਖ ਨੂੰ ਤਾਂ ਹਰ ਵੇਲੇ ਨਾਮ ਜਪਣ ਦੀ ਪ੍ਰੇਰਨਾ, ਹਰ ਉਮਰ ਦੇ ਵਿੱਚ ਸਿੱਖ ਨੂੰ ਮਹਾਰਾਜ ਨੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ। ਜੇ ਨਾਮ ਨਹੀਂ ਜਪਦੇ ਤਾਂ ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਵਿਰਥਾ ਸਭ ਹੀ ਮਾਨ। ਇਤਨੇ ਬੋਲ ਪ੍ਰਵਾਨ ਕਰਨੇ ਜੀ। ਫਤਿਹ ਦੀ ਸਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।